हम ना सकत कर सिफत तुम्हारी। आप लिहो तुम कथा सुधारी। हम ना सकत कर सिफत तुम्हारी। आप लिहो तुम कथा सुधारी। सम्मानयोग गुरु की साजी हुई गुरु रूप साध संगत जी, ਵੱਡੇ ਭਾਗਾਂ ਦੇ ਨਾਲ ਗੁਰੂ ਸਾਹਿਬ ਜੀ ਕੇ ਸੋਹਣੇ ਚਰਨਾਂ ਵਿੱਚ ਸਜਣ ਦਾ ਇਹ ਸੁਭਾਗ ਭਰਿਆ ਸਮਾਂ ਵਾਹਿਗੁਰੂ ਨੇ ਸਾਨੂੰ ਬਖਸ਼ਿਆ ਹੈ। ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਜੀ। ਗੁਰਬਾਣੀ ਦੀ ਵਿਚਾਰ ਨੂੰ ਆਰੰਭ ਕਰੀਏ। ਪ੍ਰਥਮ ਸਨਿਮਰ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪਾਵਨ ਬਚਨ ਹੈ, ਸ਼੍ਰੀ ਗੁਰੂ ਨਾਨਕ ਸਾਹਿਬ ਜੀ, ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੋਇਆ ਸ਼੍ਰੀ ਮੁਖ ਵਾਕ ਰਾਗ ਸੂਹੀ ਦੇ ਵਿੱਚ 763 ਅੰਗ ਤੋਂ ਆਰੰਭ ਹੋ ਕੇ 764 ਅੰਗ ਤੇ ਸੰਪੂਰਨ ਹੁੰਦਾ ਹੈ ਸ਼ਬਦ। ਬਾਬਾ ਨਾਨਕ ਜੀ ਨੇ ਇਸ ਸ਼ਬਦ ਅੰਦਰ ਜਦੋਂ ਇਨਸਾਨ ਤੇ ਜਵਾਨੀ ਹੁੰਦੀ ਆ, ਜਵਾਨੀ ਦੇ ਵਿੱਚ ਇਨਸਾਨ ਦੇਖਿਆ ਗਿਆ ਕਿ ਹੰਕਾਰ ਦੀ ਹਾਲਤ ਵਿੱਚ ਹੁੰਦਾ। ਉਹਦਾ ਜਿਹੜਾ ਮਨ, ਜਿਸ ਕਰਕੇ ਬਹੁਤੀਆਂ ਗੱਲਾਂ ਉਹਦੇ ਤੋਂ ਜੋ ਕਰਦਾ ਗਲਤ ਹੋ ਜਾਂਦੀਆਂ, ਜੇਕਰ ਉਹਦੇ ਕੋਲ ਗੁਰੂ ਦਾ ਗਿਆਨ ਨਾ ਹੋਏ। ਤਾਂ ਜਵਾਨੀ ਦੇ ਮਾਣ ਵਿੱਚ, ਜਵਾਨੀ ਦੇ ਹੰਕਾਰ ਦੇ ਵਿੱਚ ਇਨਸਾਨ ਦਾ ਜਿਹੜਾ ਚਿੱਤ ਆ, ਉਹ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਥੋੜ੍ਹਾ ਮੁਸ਼ਕਲ ਆ। ਕਿਉਂਕਿ ਹੰਕਾਰ ਤੇ ਗੁਰੂ ਦਾ ਕੋਈ ਮੇਲ ਨਹੀਂ ਆਪਸ ਵਿੱਚ। ਉਹ ਔਗਣਾ ਵੱਡਾ, ਗੁਰੂ ਸਾਹਿਬ ਗੁਣ ਨੇ, ਗੁਣਾਂ ਦੇ ਮੁਜੱਸਮੇ ਨੇ। ਤਾਂ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਆ ਕਿ ਪਰ ਜੋਨ ਮੈਂ ਮਤ ਪਈੜ ਕਰ ਪਹੁਣੀ ਬਲਰਾਮ ਜੀਓ। ਮੈਲੀ ਅਵਗੁਣ ਚਿੱਤ ਬਿਨ ਗੁਰਗੁਣ ਨਾ ਸਮਾਵਣੀ ਬਲਰਾਮ ਜੀਓ। ਮੈਲੀ ਅਵਗੁਣ ਚਿੱਤ ਬਿਨ ਗੁਰ ਗੁਣ ਨਾ ਸਮਾਵਣੀ ਬਲਰਾਮ ਜੀਓ। ਗੁਰੂ ਨਾਨਕ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ ਕਿ ਜਦੋਂ ਇਨਸਾਨ ਤੇ ਜਵਾਨੀ ਹੁੰਦੀ ਆ, ਜੋਗਨ ਰੁੱਤ ਹੁੰਦੀ ਆ, ਉਸ ਵਕਤ ਉਹਦੀ ਜਿਹੜੀ ਮੱਤ ਆ ਹੰਕਾਰ ਦੇ ਵਿੱਚ ਹੁੰਦੀ ਆ। ਕਿਉਂਕਿ ਇਹ ਉਹ ਸਮਾਂ ਹੁੰਦਾ ਜਦੋਂ ਸਰੀਰ ਵੀ ਠੀਕ ਹੁੰਦਾ, ਕੋਈ ਰੋਗ ਨਹੀਂ ਹੁੰਦਾ। ਇਹ ਉਹੀ ਸਮਾਂ ਹੁੰਦਾ ਜਦੋਂ ਇਨਸਾਨ ਦਾ ਹੰਕਾਰ ਵੀ
ਸਿਖਰਾਂ ਤੇ ਹੁੰਦਾ, ਤੇ ਜਿਹਦੇ ਕਰਕੇ ਹੰਕਾਰ ਦੀ ਸ਼ਰਾਬ ਪੀਣ ਕਰਕੇ ਉਹ ਮਦਹੋਸ਼ ਹੋ ਜਾਂਦਾ ਤੇ ਆਪਣੇ ਮਾਲਕ ਤੋਂ ਉਹਦੀ ਦੂਰੀ ਬਣੀ ਰਹਿੰਦੀ ਆ, ਕੁੜਿਆਰ ਬਣਿਆ ਰਹਿੰਦਾ ਉਹ। ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਪਹਿਲਾ। ਸੂਹੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਪਹਿਲੇ ਘਰ ਵਿੱਚ ਇਹ ਸ਼ਬਦ ਗਾਉਣ ਲਈ ਕਹਿ ਰਹੇ ਨੇ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਪਰਮੇਸ਼ਰ ਇੱਕ ਆ, ਇਨਸਾਨ ਨੂੰ ਵਹਿਮ ਆ ਕੇ ਬਣਾਉਂਦਾ ਕੋਈ ਹੋਰ ਆ, ਪਾਲਦਾ ਕੋਈ ਹੋਰ ਆ, ਢਾਉਂਦੀ ਮੌਤ ਆ, ਮੌਤ ਆ ਕੇ ਮਾਰਦੀ ਆ। ਪਰ ਇਹ ਤਿੰਨੇ ਚੀਜ਼ਾਂ ਦਾ ਕਰਤਾ ਧਰਤਾ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਉਹੀ ਤਿੰਨੋਂ ਦਾ ਕਰਤਾ ਧਰਤਾ। ਧਰਮ ਰਾਏ ਹੈ ਹਰ ਕਾ ਕੀਆ, ਮੌਤ ਵੀ ਉਹਦੀ ਬਣਾਈ ਆ। ਤਾਂ ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹੈ, ਉਹ ਗੁਰੂ ਦੇ ਪ੍ਰਸਾਦ ਦੁਆਰਾ ਹੀ ਉਹਦੀ ਪ੍ਰਾਪਤੀ ਹੁੰਦੀ ਆ। ਪਰ ਜੋਬਨ ਮੈਂ ਮਤ ਪਈੜੈ, ਕਰ ਪਹੁਣੀ ਬਲ ਰਾਮ ਜੀਓ। ਇਸ ਕਰਕੇ ਜਵਾਨੀ ਦੇ ਵਿੱਚ ਕਾਲੇ ਕੇਸ ਹੁੰਦੇ ਆ, ਬਹੁਤ ਥੋੜ੍ਹੇ ਜਿਹੇ ਲੋਕ ਆ, ਕਿਤੇ ਕਿਤੇ ਭਗਤ ਪ੍ਰਹਿਲਾਦ ਜੀ ਵਰਗੇ, ਭਗਤ ਧਰੂ ਵਰਗੇ, ਤੇ ਇਸਤਰੀਆਂ ਦੇ ਵਿੱਚੋਂ ਰਹਿਬਾਂ ਵਰਗੇ, ਮੀਰਾਂ ਵਰਗੇ, ਜੋ ਮਾਲਕ ਦੇ ਨਾਲ ਪ੍ਰੀਤ ਬਣਾਉਂਦੇ ਆ। ਇਸ ਤਰ੍ਹਾਂ ਬਹੁਤ ਲੋਕ ਆ, ਜਵਾਨੀ ਉਹਨਾਂ ਦੀ ਲੰਘ ਜਾਂਦੀ ਆ, ਬੁਢੇਪਾ ਲੰਘ ਜਾਂਦਾ, ਪਰ ਪ੍ਰੀਤ ਨਹੀਂ ਬਣ ਪਾਉਂਦੀ ਵਾਹਿਗੁਰੂ ਨਾਲ। ਇਹਨੂੰ ਭਗਤ ਫਰੀਦ ਜੀ ਆਖਦੇ ਆ, ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ। ਫਰੀਦਾ ਕੀਤੀ ਜੋਬਨ, ਪ੍ਰੀਤ ਬਿਨ ਸੁੱਕ ਗਏ ਗੁਮਲਾਏ। ਵਚਨ ਕਰਦੇ ਆ ਕਿ ਮੈਨੂੰ ਆਪਣੀ ਜਵਾਨੀ ਦੇ ਖੁੱਸ ਜਾਣ ਦਾ ਕੋਈ ਡਰ ਨਹੀਂ, ਜੇਕਰ ਮੇਰੀ ਪ੍ਰੀਤ ਰੱਬ ਨਾਲੋਂ ਨਾ ਟੁੱਟੇ। ਫਿਰ ਜਵਾਨੀ ਜਾਂਦੀ ਆ, ਚਲੀ ਜਾਵੇ, ਫਿਰ ਕੋਈ ਗਮ ਨਹੀਂ, ਪਰ ਬਿਨਾਂ ਉਹਦੀ ਪ੍ਰੀਤ ਤੋਂ ਜਵਾਨੀ ਲੰਘਦੀ ਆ, ਫਿਰ ਬੜੀ ਮੁਸ਼ਕਲ ਆ। ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ। ਫਰੀਦਾ ਕੀਤੀ ਜੋਬਨ, ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਕਿੰਨੇ ਹੀ ਸਰੀਰ ਇੱਥੇ ਆਏ, ਕਿੰਨੇ ਹੀ ਸਰੀਰ ਇੱਥੋਂ ਗਏ, ਪਰ ਉਹ ਪ੍ਰੀਤ ਬਿਨਾਂ ਗਏ। ਜਵਾਨੀਆਂ ਕਈ ਮੁਰਝਾ ਗਈਆਂ, ਕੁਮਲਾ ਗਈਆਂ, ਰੱਬੀ ਇਸ਼ਕ ਤੋਂ ਬਿਨਾਂ, ਰੱਬੀ ਪਿਆਰ ਤੋਂ ਬਿਨਾਂ। ਜਵਾਨੀ ਜਿਹੜੀ ਹੈ ਬਹੁਤ, ਇੱਕ ਨਹੀਂ ਕੀਤੀ ਜੋਬਨ, ਬਹੁਤ ਜਵਾਨੀਆਂ ਰੱਬ ਦੀ ਪ੍ਰੀਤ ਤੋਂ ਬਿਨਾਂ ਕੁਮਲਾ ਗਈਆਂ, ਮੁਰਝਾ ਗਈਆਂ, ਤੇ ਕਬਰਾਂ ਵਿੱਚ ਜਾ ਕੇ ਦਫਨਾਈਆਂ ਗਈਆਂ ਨੇ। ਗੁਣਸਾਰ ਨਾ ਜਾਣੀ ਭਰਮ ਭੁਲਾਣੀ, ਜੋਬਨ ਬਾਦ ਗਵਾਇਆ। ਮੈਂ ਆਪਣੇ ਗੁਰੂ ਦੇ ਗੁਣਾਂ ਦੀ ਸਾਰ ਨਹੀਂ ਜਾਣੀ। ਉਹਦਾ ਕਾਰਨ ਕੀ ਸੀ? ਭਰਮ ਭੁਲਾਣੀ। ਭਰਮਾਂ ਵਿੱਚ ਸੀ ਕਿ ਜਵਾਨੀ ਆ, ਜਵਾਨੀ ਤੋਂ ਬਾਅਦ ਬਹੁਤ ਉਮਰ ਪਈ ਆ, ਫਿਰ ਉਦੋਂ ਆਪਾਂ ਜਪ ਲਾਂਗੇ, ਇਸ ਤਰ੍ਹਾਂ ਦੀ ਸੀ। ਹੁਣ ਕੰਮ ਕਰ ਲਈਏ ਘਰਾਂ ਦੇ, ਜਾਂ ਕੋਈ ਵੀ ਐਸ਼ੋ ਆਰਾਮ ਕਰ ਲਈਏ। ਜੋਬਨ ਬਾਦ ਗਵਾਇਆ, ਇਸ ਤਰ੍ਹਾਂ ਸਾਰੀ ਜਵਾਨੀ ਲੰਘ ਗਈ। ਵਰ ਕਰ ਦਰ ਦਰਸ਼ਨ ਨਹੀਂ ਜਾਤਾ, ਫਿਰਕਾ ਸਹਿਜ ਨ ਪਾਇਆ। ਨਾ ਤਾਂ ਮੈਂ ਵਾਹਿਗੁਰੂ ਪਰਮੇਸ਼ਰ ਦੇ ਉਹ ਰਸ ਰੂਪੀ ਦਰਸ਼ਨ ਮੈਨੂੰ ਹੋਏ ਆ ਮਾਲਕ ਦੇ, ਨਾ ਹੀ ਸਹਿਜ ਅਵਸਥਾ ਹੋਈ ਆ ਪ੍ਰਾਪਤ। ਸਤਿਗੁਰ ਪੂਛ ਨ ਮਾਰਗ ਚਾਲੀ, ਸੂਤੀ ਰਹਿਣ ਵਿਹਾਣੀ। ਗੁਰੂ ਤੋਂ ਮੈਂ ਕਦੇ ਨਹੀਂ ਪੁੱਛਿਆ ਆ ਕੇ ਕਿ ਸੱਚ ਦਾ ਮਾਰਗ ਕੀ ਹੈ। ਮਹਾਤਮਾ ਬੁੱਧ ਜੀ ਦੇ ਜੀਵਨ ਦੀ ਇੱਕ ਘਟਨਾ, ਅਸੀਂ ਤਾਂ ਹਜੇ ਇਹਨਾਂ ਗੱਲਾਂ ਨੂੰ ਮਹਿਸੂਸ ਕਰਨਾ ਨਹੀਂ ਸ਼ੁਰੂ ਕੀਤਾ, ਪਰ ਜਿੰਨਾ ਕੀਤਾ ਉਹ ਇਹਨਾਂ ਗੱਲਾਂ ਨਾਲ ਬਦਲੇ ਆ। ਉਹਨਾਂ ਨੇ ਜੀਵਨ 'ਚ ਬਸ 3 ਗੱਲਾਂ ਹੀ ਦੇਖੀਆਂ। ਰਾਜੇ ਸੀਗੇ ਪਹਿਲਾਂ, ਬਹੁਤ ਮਾਇਆ ਸੀ। ਸਿਧਾਰਥ ਉਹਨਾਂ ਦਾ ਨਾਮ ਸੀ। ਉਹਨਾਂ ਨੇ ਇੱਕ ਬਜ਼ੁਰਗ ਦੇਖਿਆ, ਝੁੱਕ ਕੇ ਤੁਰਦਾ ਸੀ ਜੋ। ਉਹਨਾਂ ਨੇ ਇੱਕ ਬਿਮਾਰ ਵਿਅਕਤੀ ਦੇਖਿਆ, ਉਹਨਾਂ ਨੇ ਇੱਕ ਲਾਸ਼ ਦੇਖੀ।
ਮਰਿਆ ਹੋਇਆ ਬੰਦਾ ਉਹਨੂੰ ਲਿਜਾ ਰਹੇ ਸੀ। ਤਿੰਨੇ ਚੀਜ਼ਾਂ ਨੂੰ ਦੇਖ ਕੇ ਬਦਲੇ ਆ, ਸਿਧਾਰਥ ਬੁੱਧ ਹੋਏ ਆ। ਤਿੰਨ ਘਟਨਾਵਾਂ ਉਹਨਾਂ ਦੇਖੀਆਂ, ਮਹਾਤਮਾ ਬੁੱਧ ਬਣੇ। ਉਹਦਾ ਕਾਰਨ ਕੀ ਸੀ ਕਿ ਮੈਂ ਵੀ ਬਜ਼ੁਰਗ ਹੋਵਾਂਗਾ ਇੱਕ ਦਿਨ? ਪੁੱਛਿਆ। ਨੌਜਵਾਨ ਸੀ ਜਦੋਂ ਬਜ਼ੁਰਗ ਨੂੰ ਦੇਖਿਆ ਪਹਿਲੀ ਵਾਰ, ਜੋ ਝੁੱਕ ਕੇ ਚੱਲ ਰਿਹਾ। ਸੰਤਰੀ ਤੋਂ ਪੁੱਛਦੇ ਆਪਦੇ ਤੋਂ, ਮੈਂ ਵੀ ਇੱਦਾਂ ਹੋ ਜਾਂਦਾ ਕਿ ਮੈਂ ਵੀ ਇੱਦਾਂ ਹੋ ਜਾ? ਕਹਿੰਦੇ ਬਿਲਕੁਲ, ਇਹ ਸਭ ਹੀ ਇੱਦਾਂ ਹੋ ਜਾਂਦੇ। ਉਹ ਝੁੱਕ ਕੇ ਕਿਉਂ ਤੁਰ ਰਿਹਾ? ਉਹ ਵਡੇਪਾ ਵਾ। ਤੇਰੇ ਤੇ ਵੀ ਇਹ ਦਿਨ ਆਉਣਗੇ, ਮੈਂ ਝੂਠ ਨਹੀਂ ਬੋਲਾਂਗਾ। ਸੰਤਰੀ ਨੇ ਆਖਿਆ। ਬਿਮਾਰ ਵਿਅਕਤੀ ਨੂੰ ਦੇਖਿਆ ਇੱਕ ਨੂੰ, ਤੇ ਬਿਮਾਰ ਬੰਦੇ ਨੂੰ ਦੇਖ ਕੇ ਕਹਿੰਦੇ ਮੈਂ ਵੀ ਬਿਮਾਰ ਹੋ ਸਕਦਾ, ਕਿ ਤੂੰ ਮੰਜੇ ਤੋਂ ਉੱਠਿਆ ਨਹੀਂ ਸੀ ਜਾ ਰਿਹਾ। ਕਹਿੰਦੇ ਬਿਲਕੁਲ, ਤੁਸੀਂ ਵੀ ਇੱਦਾਂ ਹੋ ਜਾਂਦੇ ਆ, ਇਨਸਾਨ ਹੋ ਸਕਦੇ ਹੋ, ਹੈਗੀ ਸੰਭਾਵਨਾ। ਫਿਰ ਅਰਥੀ ਦੇਖੀ, 4 ਬੰਦੇ ਲਿਜਾ ਰਹੇ ਆ, ਨਾਲ ਪਿੱਛੇ ਪਿੱਛੇ ਹੋਰ ਸੱਜਣ ਮਿੱਤਰ। ਕਹਿੰਦੇ ਇਹਨਾਂ ਨੂੰ ਕੀ ਹੋ ਗਿਆ? ਇਹ ਆਪ ਕਿਉਂ ਨਹੀਂ ਟੁਰਦਾ? ਇਹਨੂੰ ਕਿਉਂ ਚੁੱਕ ਕੇ ਲਿਜਾਇਆ ਰਿਹਾ? ਕਹਿੰਦੇ ਮਰ ਗਿਆ ਹੈ, ਮ੍ਰਿਤਕ ਸਰੀਰ ਆ ਇਹ। ਕਹਿੰਦੇ ਇਹ ਕੀ ਹੁੰਦਾ ਕਿ ਮੈਂ ਵੀ ਮਰਾਂਗਾ? ਕਹਿੰਦੇ ਬਿਲਕੁਲ, ਤੁਸੀਂ ਵੀ ਮਰੋਗੇ ਸਿਧਾਰਥ। ਇੱਥੋਂ ਬੁੱਧ ਹੋਏ ਆ। ਸੰਸਾਰ ਦੀ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਜਿਹੜੀ ਉਹ ਇਹ ਆ ਵੀ ਅਸੀਂ ਬਜ਼ੁਰਗ ਲੋਕ ਵੀ ਵਿਹਨੇ ਆਸੇ ਪਾਸੇ, ਬਹੁਤ ਬਿਮਾਰ ਵੀ ਹੌਸਪੀਟਲ 'ਚ ਵੀ ਅਸੀਂ ਜਾਂਦੇ ਪਤਾ ਲੈਣ, ਰਿਸ਼ਤੇਦਾਰਾਂ ਦਾ ਸਾਰੇ ਹੀ ਜਾਂਦੇ। ਤੇ ਅਰਥੀਆਂ ਤਾਂ ਅਸੀਂ ਕਈ ਦੇਖੀਆਂ ਨੇ, ਸਿਵੇ ਬਲਦੀ ਵੀ ਦੇਖਿਆ, ਪਰ ਉਹ ਮਨ ਮੰਨਣ ਨੂੰ ਰਾਜੀ ਨਹੀਂ ਹਜੇ। ਉਹ ਜਿਹੜੀ ਗੱਲ ਕਹਿ ਕਬੀਰ, ਮਨ ਮਾਨਿਆ ਤੋ ਹਰ ਜਾਣਿਆ। ਜਦੋਂ ਮਨ ਮੰਨ ਜੇ ਮੈਂ ਵੀ ਮਰਾਂਗਾ, ਬਸ ਉਦੋਂ ਹੀ ਉਹ ਸੱਚ ਨੂੰ ਜਾਣ ਲੈਂਦਾ। ਅਸਲ ਗੱਲ ਜਿਹੜੀ ਉਹਨੂੰ ਸਮਝ ਪੈਂਦੀ ਹੈ। ਨਾਨਕ ਬਾਲਤਨ ਰਾ ਡੇਪਾ, ਬਿਨ ਫਿਰ ਧਨ ਕੋ ਮਿਲਾਣੀ। ਬਹੁਤ ਉੱਚੀ ਗੱਲ ਬਾਬੇ ਨਾਨਕ ਜੀ ਦਾ ਹੁਕਮਨਾਮਾ ਕਹਿਤੀ। ਕਹਿੰਦੇ ਮੈਂ ਤਾਂ ਉਹ ਹਾਂ, ਮੇਰੀ ਜ਼ਿੰਦੜੀ ਉਹ ਆ ਕਿ ਮੈਂ ਬਚਪਨ ਦੇ ਵਿੱਚ ਹੀ ਆਪਣੇ ਪਤੀ ਨੂੰ ਗਵਾ ਬੈਠੀ ਹਾਂ। ਨਾਨਕ ਬਾਲਤਨ ਰਾ ਡੇਪਾ, ਬਿਨ ਫਿਰ ਧਨ ਕੋ ਮਿਲਾਣੀ। ਬਿਨਾਂ ਪਤੀ ਵਾਲੀ ਜ਼ਿੰਦਗੀ, ਇਹਨੂੰ ਆਪਾਂ ਕਹਿੰਦੇ ਆ ਕਿ ਉਹ ਮੇਰੀ ਜ਼ਿੰਦਗੀ ਹੋ ਗਈ ਬਚਪਨ ਦੇ ਵਿੱਚ ਹੀ। ਤਾਂ ਕਾਲੇ ਕੇਸ ਮੁਸਾਫਰ ਹੋਏ, ਚਿੱਟਿਆਂ ਡੇਰੇ ਲਾਏ, ਵੇਖ ਮੁਹੰਮਦ ਬਖਸ਼ਾ ਮੌਤ ਸਨੇਹੇ ਆਏ। ਦੇਖ ਫਰੀਦਾ ਜੋ ਥੀਆ, ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ ਪਿੱਛਾ ਰਿਹਾ ਦੂਰ। ਇੱਕੋ ਯਾਰੀ ਇਕੱਲੇ ਰੱਬ ਵਾਲੀ, ਬਾਕੀ ਯਾਰੀਆਂ ਸਭ ਖੁਆਰੀਆਂ ਨੇ। ਇਹਨਾਂ ਰੱਬ ਦੀਆਂ ਯਾਰੀਆਂ ਛੱਡ ਦਿੱਤੀਆਂ, ਉਹਨਾਂ ਜਿੱਤੀਆਂ ਬਾਜ਼ੀਆਂ ਵੀ ਹਾਰੀਆਂ ਨੇ। ਜੋ ਕੁਝ ਲਿਖਿਆ ਵਿੱਚ ਨਸੀਬ ਸਾਡੇ, ਉਹੀ ਤੂੰ ਲੈਣਾ ਉਹੀ ਮੈਂ ਲੈਣਾ। ਤੇਰੀਆਂ ਮੇਰੀਆਂ ਆਕੜਾਂ ਕਿਸ ਕਾਰੇ, ਤੂੰ ਵੀ ਢਹਿ ਪੈਣਾ ਮੈਂ ਵੀ ਢਹਿ ਪੈਣਾ। ਇਸ ਕਰਕੇ ਇਹ ਚੀਜ਼ਾਂ ਜਦੋਂ ਮਨ ਮੰਨ ਜਾਵੇ, ਸੱਦਾ ਆਇਆ ਤੇ ਬੁੱਕਲਾਂ ਮਾਰ ਟੁਰਨਾ, ਨਾ ਕੁਝ ਤੂੰ ਲੈਣਾ ਨਾ ਮੈਂ ਲੈਣਾ। ਜੋ ਗੁਜ਼ਰੇਗੀ ਸੋ ਜਾਨ ਆਪਣੀ, ਤੇ ਉਹ ਤੂੰ ਸਹਿਣਾ ਉਹੀ ਮੈਂ ਸਹਿਣਾ। ਇਹ ਗੱਲਾਂ ਹੁਣ ਛੋਟੀਆਂ ਨਹੀਂ ਹੈਗੀਆਂ। ਕਈ ਗੱਲਾਂ ਬਹੁਤ ਉੱਚੀਆਂ ਨੇ, ਸਾਡੇ ਉੱਪਰ ਦੀ ਲੰਘ ਜਾਂਦੀਆਂ। ਕਈ ਗੱਲਾਂ ਬਹੁਤ ਡੂੰਘੀਆਂ ਨੇ, ਅਸੀਂ ਉਹਨਾਂ ਦੇ ਉੱਪਰ ਦੀ ਲੰਘ ਜਾਂਦੇ। ਤਾਂ ਇਨਸਾਨ ਉੱਥੇ ਆ ਜਿੱਥੇ ਅਸਲ 'ਚ ਉਹਨੂੰ ਹੋਣਾ ਨਹੀਂ ਚਾਹੀਦਾ। ਮਨ ਜਿਹੜਾ ਉਹਦਾ ਉੱਥੇ ਰਹਿੰਦਾ। ਕਈ ਗੱਲਾਂ ਐਸੀਆਂ ਸਾਡੇ ਉੱਪਰ ਦੀ ਲੰਘ ਜਾਂਦੀਆਂ, ਅਸੀਂ ਇੰਨੇ ਛੋਟੇ ਹਾਂ। ਕਈ ਗੱਲਾਂ ਇੰਨੀਆਂ ਡੂੰਘੀਆਂ ਨੇ, ਸਾਨੂੰ ਪਤਾ ਨਹੀਂ ਲੱਗਦਾ ਅਸੀਂ ਉਹਨਾਂ ਦੇ ਉੱਪਰ ਦੀ ਲੰਘ ਜਾਂਦੇ। ਤਾਂ ਇਹ ਜਿਹੜੀ ਗੱਲ ਆ, ਨਾਨਕ ਬਾਲਤਨ ਰਾ ਡੇਪਾ, ਬਿਨ ਫਿਰ ਧਨ ਕੋ ਮਿਲਾਣੀ। ਛੋਟੀ ਗੱਲ ਨਹੀਂ ਕਿ ਮੈਂ ਛੋਟੀ ਅਵਸਥਾ ਵਿੱਚ ਆਪਣੇ ਪਤੀ ਨਾਲੋਂ ਵਿਛੜ ਗਈ। ਸਰੀਰ ਦੀ ਇੱਥੇ ਕੋਈ ਗੱਲ ਨਹੀਂ। ਆ ਜਿਹੜੇ ਅਸੀਂ ਵਿਆਹ ਕਰਦੇ ਹਾਂ ਜੀ, ਕੋਈ ਵੀ ਇੱਥੇ ਗੱਲ ਨਹੀਂ ਹੋ ਰਹੀ। ਆਤਮਾ ਦੀ ਗੱਲ ਹੋ ਰਹੀ, ਜਿੰਦ ਦੀ, ਕਿ ਮੇਰੀ ਜਿੰਦ ਜਿਹੜੀ ਆ ਉਹ ਵਿਛੜੀ ਆ ਪਰਮਾਤਮਾ ਦੇ ਨਾਲੋਂ। ਤਾਂ ਮੈਂ ਤਾਂ ਇਹੋ ਜਿਹੀ ਹਾਂ ਕਿ ਮੈਨੂੰ ਸਮਝ ਨਹੀਂ ਕਿ ਪੇਕਾ ਘਰ ਆ। ਪੇਕੇ ਘਰ 'ਚ ਸਦਾ ਰਹਿਣਾ ਨਹੀਂ ਹੁੰਦਾ। ਦੁਨੀਆ ਕੀ ਆ? ਦੁਨੀਆ ਪੇਕਾ ਘਰ ਆ। ਸਭਨਾ ਸਹੁਰੇ ਵੰਝਣਾ, ਸਭ ਮੁਕ ਲਾਵਣ ਹਾਰ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਾਰਿਆਂ ਨੇ ਸਹੁਰੇ ਘਰੇ ਚਲੇ ਜਾਣਾ ਇੱਕ ਨਾ ਇੱਕ ਦਿਨ। ਸਹੁਰਾ ਘਰ ਕੀ ਆ? ਉਹ ਵਾਹਿਗੁਰੂ ਦਾ ਦਰਬਾਰ ਸੱਚਾ।
ਉਹਦੀ ਕਚਹਿਰੀ ਜਿਹੜੀ ਆ ਉੱਥੇ ਸਭ ਨੇ ਜਾਣਾ। ਪੇਕਾ ਘਰ ਕੀ ਆ? ਇਹ ਸਰੀਰ ਪੇਕਾ ਘਰ, ਇਹ 'ਚ ਆਤਮਾ ਰਹਿੰਦੀ ਆ। ਜਿਵੇਂ ਇੱਕ ਛੋਟੀ ਬੱਚੀ ਹੁੰਦੀ ਆ, ਉਹ ਕਹਿੰਦੀ ਮੈਂ ਵਿਆਹ ਨਹੀਂ ਕਰਵਾਉਣਾ ਕਦੇ, ਮੈਂ ਮਾਂ ਤੇਰੇ ਨਾਲੋਂ ਵਿਛੜ ਨਹੀਂ ਸਕਦੀ। ਫਿਰ ਉਹਦੇ ਮਾਤਾ ਜੀ ਉਹਨੂੰ ਸਮਝਾਉਂਦੇ ਆ, ਇਹ ਰੀਤ ਆ ਦੁਨੀਆ ਦੀ, ਤੈਨੂੰ ਜਾਣਾ ਪਵੇਗਾ, ਪੇਕਾ ਘਰ ਛੱਡਣਾ ਪਵੇਗਾ। ਤਾਂ ਇੱਦਾਂ ਹੀ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਆ ਕਿ ਇਹ ਸਰੀਰ ਜਿਹੜਾ ਛੱਡਣਾ ਪਵੇਗਾ। ਸਰੀਰ ਪੇਕਾ ਘਰ ਆ, ਵਾਹਿਗੁਰੂ ਦਾ ਦਰਬਾਰ ਸਹੁਰਾ ਘਰ ਆ। ਜਿੰਦ ਨੂੰ ਕਹਿ ਰਹੇ ਆ ਪੇਕੇ ਘਰ 'ਚ ਸਦਾ ਰਹਿਣਾ ਨਹੀਂ ਹੁੰਦਾ, ਪੇਕੇ ਘਰ 'ਚ ਸਦਾ ਰਹਿਣਾ ਨਹੀਂ ਹੁੰਦਾ। ਬਾਬਾ ਮੈਂ ਵਰ ਦੇ ਮੈਂ ਹਰ ਵਰ ਭਾਵੈ, ਜਿਸ ਕੀ ਬਲ ਰਾਮ ਜੀਓ, ਰਵ ਰਹਿਆ ਜੁਗ ਚਾਰ ਤ੍ਰਿਭਵਨ ਬਾਣੀ, ਜਿਸ ਕੀ ਬਲ ਰਾਮ ਜੀ। ਸਾਰੇ ਜਹਾਨਾਂ ਦੀ ਪਾਤਸ਼ਾਹੀ ਅੱਲਾ ਦੀ ਹੈ। ਅੱਲਾ ਤੋਂ ਸਿਵਾਏ ਤੁਹਾਡਾ ਕੋਈ ਵੀ ਸੱਚਾ ਮਿੱਤਰ ਨਹੀਂ। ਕੁਰਾਨ ਸ਼ਰੀਫ ਵਿੱਚ ਇਹ ਲਿਖਿਆ, ਸਾਰੇ ਜਹਾਨਾਂ ਦੇ ਵਿੱਚ ਪਾਤਸ਼ਾਹੀ ਅੱਲਾ ਦੀ ਆ। ਚਾਰੇ ਪਾਸੇ ਉਹਦਾ ਹੀ ਰੌਲਾ ਰੱਪਾ ਹੈ, ਖਲਾਰਾ ਉਹਦਾ ਹੀ ਆ। ਜੋ ਖਲਾਰਾ ਜੋ ਪਸਾਰਾ, ਜਿੰਨੇ ਜੀਵ, ਜਿੰਨੇ ਦਰਿਆ, ਜਿੰਨੇ ਪਹਾੜ, ਜਿੰਨੇ ਤਾਰੇ, ਜਿੰਨੇ ਗ੍ਰਹਿ, ਜਿੰਨੇ ਰੁੱਖ, ਸਾਰੇ ਉਹਦੇ ਆ। ਸਾਰਾ ਖਲਾਰਾ ਉਹਦਾ ਹੀ ਆ। ਕੁਰਾਨ ਸ਼ਰੀਫ, ਕਿਸ ਨਾਲ ਕੀਚੈ ਦੋਸਤੀ, ਸਭ ਜਗ ਚੱਲਣਹਾਰ, ਇਹ ਬਾਣੀ ਵਿੱਚ ਆ। ਉਹਦੇ ਨਾਲ ਹੀ ਮਿਲਦੀਆਂ ਗੱਲਾਂ। ਕਿਹਦੇ ਨਾਲ ਬੰਦਿਆ ਤੂੰ ਦੋਸਤੀ ਕਰੇਂਗਾ? ਸਾਰੀ ਦੁਨੀਆ ਹੀ ਚੱਲਣਹਾਰ ਆ। ਤਾਂ ਇਸ ਕਰਕੇ ਮੈਨੂੰ ਗੁਰੂ ਜੀ ਵਰ ਦੇਵੋ, ਮੇਰੀ ਜਿੰਦ, ਮੇਰੀ ਸੁਰਤ ਉੱਥੇ ਰਵੇ। ਬਾਣੀ ਪੜ੍ਹਦੇ ਹਾਂ, ਸੁਰਤ ਕੁਝ ਕਹਿੰਦੀ ਆ, ਰਸਨਾ ਕੁਝ ਕਹਿੰਦੀ ਆ। ਕੀ ਹੱਲ ਕਰੀਏ? ਇਹਦਾ ਕੀ ਇਲਾਜ ਆ? ਬਾਣੀ ਪੜ੍ਹਦੇ ਹਾਂ, ਗੁਟਕਾ ਸਾਹਿਬ ਹੱਥ 'ਚ ਆ, ਜਪਜੀ ਸਾਹਿਬ ਪੜ੍ਹ ਲਿਆ, ਪੂਰਾ ਹੋ ਗਿਆ, ਪਤਾ ਹੀ ਨਹੀਂ ਲੱਗਾ ਵੀ ਪੂਰਾ ਹੋ ਗਿਆ। ਕੀ ਇਲਾਜ ਕਰੀਏ ਇਹਦਾ ਮਨ ਦਾ? ਤਾਂ ਜਦੋਂ ਵੀ ਤੁਸੀਂ ਬਾਣੀ ਪੜ੍ਹੋ, ਜਦੋਂ ਵੀ ਪੜ੍ਹੋ, ਮੂੰਹ ਤੋਂ ਬੋਲ ਕੇ, ਮੁੱਖ ਤੋਂ ਬੋਲ ਕੇ, ਕੰਨ ਨਾ ਸੁਣੋ। ਇੱਦਾਂ ਧਿਆਨ ਟਿਕੇਗਾ। ਤ੍ਰਿਭਵਨ ਕੰਤ ਰਵੈ ਸੁਹਾਗਣ, ਅਵਗੁਣ ਬੰਤੀ ਦੂਰੇ। ਵਾਹਿਗੁਰੂ ਦਾ ਸਿਮਰਨ ਰਸਨਾ ਤੋਂ ਜਪ ਕੇ ਕੰਨਾਂ ਨਾਲ ਸੁਣੋ, ਖੁਦ ਬੋਲੋ, ਖੁਦ ਸੁਣੋ। ਮਨ ਇੱਦਾਂ ਟਿਕ ਜਾਂਦਾ ਆਪਦੇ ਘਰ 'ਚ, ਨਹੀਂ ਬਾਹਰ ਭੱਜਿਆ ਫਿਰਦਾ। ਕਈ ਵਾਰ ਜਪਜੀ ਸਾਹਿਬ ਸੰਪੂਰਨ ਹੋ ਗਿਆ, ਬਾਣੀ ਪੜ੍ਹ ਲਈ, ਨਿਤਨੇਮ ਹੋ ਗਿਆ, ਪਤਾ ਹੀ ਨਹੀਂ ਲੱਗਦਾ ਹੋ ਗਿਆ, ਪਤਾ ਨਹੀਂ ਲੱਗਦਾ। 70 ਸਾਲ ਹੋ ਗਏ ਲੋਕਾਂ ਨੂੰ ਕਰਦਿਆਂ ਨੂੰ ਸੰਗਤ, ਉਹਨਾਂ ਦੇ ਚਿਹਰੇ 'ਤੇ ਦਿਸਦੀ ਨਹੀਂ ਉਹ ਚੀਜ਼। ਤੁਸੀਂ ਇਸ ਤਰ੍ਹਾਂ ਪੜ੍ਹੋ, 5 ਮਿੰਟ ਪੜ੍ਹੋ, ਪਰ ਉਹ ਦਿਖੇ। ਉਹਦੇ ਲਈ ਇਹ ਕਾਰਨ ਆ, ਜਦੋਂ 5 ਮਿੰਟ ਜਪਣਾ ਹੈ ਬਸ, ਬਾਕੀ ਸਭ ਭੁੱਲ ਜਾਓ। ਸਰੀਰ ਨੂੰ ਵੀ ਭੁੱਲ ਜਾਓ, ਆਪਦੇ ਨੂੰ, ਕਿ ਮੈਂ ਸਰੀਰ ਹਾਂ। ਇੰਨੇ ਮਗਨ ਹੋ ਕੇ ਜਪੋ, ਬਸ ਜਪੋ। ਇੱਕ ਫਕੀਰ ਦੀ ਗਾਥਾ ਪੜ੍ਹ ਰਿਹਾ ਸੀ, ਬਹੁਤ ਸੁੰਦਰ ਹੈ। ਉਹ ਕਹਿਣ ਲੱਗੇ ਕਿ ਦੁੱਖ ਦੀ ਗੱਲ ਇਹ ਆ, ਕਿਸੇ ਨੇ ਜਾ ਕੇ ਪੁੱਛਿਆ, ਫਕੀਰ ਜੀ ਦੁੱਖ ਦੀ ਗੱਲ ਕੀ ਆ ਸਭ ਤੋਂ ਵੱਡੀ? ਉਹ ਕਹਿੰਦੇ ਦੁੱਖ ਦੀ ਗੱਲ ਇਹ ਆ, ਬੰਦੇ ਦੇ ਹੱਥ ਵਿੱਚ ਮਾਲਾ ਫੜੀ ਹੋਈ ਆ, ਪਰ ਸਿਰਫ ਹੱਥ 'ਚ ਆ। ਬੰਦੇ ਦੇ ਹੱਥ ਵਿੱਚ ਕੁਰਾਨ ਸ਼ਰੀਫ ਪਕੜੀ ਹੋਈ ਆ, ਸਿਰਫ ਹੱਥ 'ਚ ਆ। ਕਹਿਣ ਦਾ ਭਾਵ ਉਹਨਾਂ ਲਈ ਇਹ ਦੁੱਖ ਦੀ ਗੱਲ ਆ, ਫਕੀਰ ਲਈ, ਕਿ ਆਪਾਂ ਜਪਦੇ ਹਾਂ, ਗੁਟਕਾ ਸਾਹਿਬ ਹੱਥ 'ਚ ਆ, ਸਿਰਫ ਹੱਥ 'ਚ ਆ, ਅੱਗੇ ਨਹੀਂ ਵੱਧ ਰਿਹਾ, ਉਹ ਥੱਲੇ ਨਹੀਂ ਉਤਰ ਰਿਹਾ ਗਲ ਤੋਂ। ਜੇ ਕੋ ਖਾਵੇ ਜੇ ਕੋ ਪੁੰਚੈ, ਕੋਈ ਖਾਊਗਾ ਰੋਟੀ, ਖੂਨ ਬਣੂਗੀ, ਖੂਨ ਬਣੂ ਤੇ ਜਾਨ ਪਊਗੀ। ਜੇ ਕੋਈ ਬਾਣੀ ਨੂੰ ਗਲ ਤੋਂ ਥੱਲੇ ਲੈ ਕੇ ਜਾਊਗਾ, ਫੇਰ ਹੀ ਉਹ ਪਚੂਗੀ ਨਾ, ਫਿਰ ਉਹ ਗਿਆਨ ਬਣੂਗੀ। ਤਾਂ ਦੁੱਖ ਦੀ ਗੱਲ ਉਹ ਫਕੀਰ ਕਹਿੰਦਾ ਕਿ ਇਹ ਆ, ਬੰਦਿਆ ਤਸਬੀਹ ਤੇਰੇ ਹੱਥ 'ਚ ਆ ਬੰਦਿਆ, ਪਰ ਸਿਰਫ ਹੱਥ 'ਚ ਹੀ ਆ, ਅੱਗੇ ਨਹੀਂ ਤੂੰ ਵੱਧ ਰਿਹਾ। ਗੁਟਕਾ ਸਾਹਿਬ ਸਿੱਖਾ ਤੇਰੇ ਹੱਥ 'ਚ ਆ, ਸਿਰਫ ਹੱਥ 'ਚ ਆ, ਅੱਗੇ ਕੋਈ ਨਹੀਂ ਤੂੰ ਵੱਧ ਰਿਹਾ। ਗੁਰੂ ਦੁਆਰੇ ਤੂੰ ਆ ਕੇ ਝੁਕ ਰਿਹਾ, ਸਿਰਫ ਝੁਕ ਰਿਹਾ, ਅੱਗੇ ਨਹੀਂ ਤੂੰ ਵੱਧ ਰਿਹਾ। ਇਹ ਦੁੱਖ ਦੀ ਗੱਲ ਆ। ਤਾਂ ਬਾਬਾ ਲਗਨ ਗਣਾਏ ਹੰਬੀ ਵੰਝਾਂ, ਸਹੁਰੇ ਬਲ ਰਾਮ ਜੀਓ। ਇਹ ਵਾਹਿਗੁਰੂ, ਮੇਰੀ ਜਿੰਦ ਨੂੰ ਆਪਣੀ
ਜਿਹੜੀ ਦਾਤ ਆ ਸਿਮਰਨ ਦੀ ਉਹ ਬਖਸ਼ ਕਿ ਮੈਂ ਸਹੁਰੇ ਘਰ ਵਿੱਚ ਸੌਖੀ ਹੋ ਜਾ। ਜਿਹੜੀ ਲੜਕੀ ਨੂੰ, ਜਿਹੜੀ ਬੇਟੀ ਨੂੰ ਵਧੀਆ ਤਰੀਕੇ ਨਾਲ ਸਭ ਕੁਝ ਖਾਣਾ ਬਣਾਉਣਾ ਹੁੰਦਾ, ਗੁਣ ਨੇ, ਉਹ ਸਹੁਰੇ ਘਰ ਵਿੱਚ ਬਹੁਤ ਸੁਖੀ ਵਸਦੀ ਹੈ, ਉਹ 'ਚ ਗੁਣ। ਜਿਹੜੀ ਜਿੰਦ ਕੋਲ ਗਾਉਣਾ ਵਾਹਿਗੁਰੂ ਦੇ ਸਿਮਰਨ ਦਾ, ਉਹ ਪਰਲੋਕ ਵਿੱਚ ਸੌਖੀ ਵਸਦੀ ਆ, ਇੱਥੇ ਵੀ ਸੌਖੀ ਵਸਦੀ ਆ। ਸਾਹਾ ਹੁਕਮ ਰਜਾਏ ਸੋ ਨਾ ਟਲੈ, ਜੋ ਪ੍ਰਭ ਕਰੇ ਬਲਰਾਮ ਜੀ। ਇੱਥੇ ਬਾਬਾ ਨਾਨਕ ਜੀ ਕਹਿੰਦੇ ਗੁਰੂ ਦਾ ਹੁਕਮ ਟਾਲਿਆ ਨਹੀਂ ਜਾ ਸਕਦਾ। ਜਦੋਂ ਸਰੀਰ ਬਣਦਾ ਹੈ, ਪਹਿਲਾਂ ਤਾਂ 9 ਮਹੀਨੇ ਲੱਗਦੇ, ਗਡੰਦਿਆਂ 6 ਮਾਹ, ਤੜੰਦਿਆਂ ਹੈ ਕਿਉਂਕਿ ਨੂੰ। ਜਦੋਂ ਬਿੰਦੂ ਖੂਨ ਜਿਹੜਾ ਤੇ ਬਿੰਦ ਮਿਲ ਕੇ ਉਹਦੀ ਉਪਜ ਹੁੰਦੀ ਆ, ਜਦੋਂ ਹੀ ਬਣਨ ਲੱਗਦਾ, ਬਸ ਉਹਨੇ ਜਾ ਕੇ ਅੱਗੇ ਮੱਥਾ ਬਣਨਾ, ਉਹਨੇ ਜਾ ਕੇ ਅੰਗ ਪੈਰ ਬਣਨਾ। ਜਦੋਂ ਮਿਲਦਾ ਹੈ ਖੂਨ ਤੇ ਬਿੰਦ, ਉਸੇ ਜੀ ਸਭ ਕੁਝ ਲਿਖਿਆ ਪਿਆ। ਮਾਥੈ ਜੋ ਤੁਰ ਲਿਖਿਆ ਸੋ ਮੇਟ ਨਾ ਸਕੇ ਕੋਈ। ਉਹ ਜਿਹੜੀ ਗੱਲ ਆ ਪਹਿਲਾਂ, ਉਹ ਬਾਅਦ ਵਿੱਚ, ਮੱਥਾ ਤਾਂ ਬਾਅਦ ਵਿੱਚ ਬਣਨਾ। ਇੱਥੇ ਜੋ ਕਹਿ ਰਹੇ ਨੇ ਕਿ ਉਹ ਜੋ ਲਿਖਿਆ ਹੈ ਉਹ ਹੋਣਾ ਹੀ ਹੋਣਾ। ਤੇ ਕਿਰਤ ਪਿਆ ਕਰਤੈ ਕਰ ਪਾਇਆ, ਮੇਟ ਨਾ ਸਕੈ ਕੋਈ। ਹੁਣ ਕੋਈ ਮੇਟ ਨਹੀਂ ਸਕਦਾ, ਬੰਦਾ ਆਪਦੀ ਸਿਆਣਪ ਨਾਲ ਨਹੀਂ ਮਿਟਾ ਸਕਦਾ। ਸਾਡੇ ਆਲੇ ਦੁਆਲੇ ਬਹੁਤ ਚੀਜ਼ਾਂ ਹੁੰਦੀਆਂ। ਇੱਕ ਮਹਾਂਪੁਰਸ਼ਾਂ ਨੇ ਆਪਣੀ ਇੱਕ ਕਿਤਾਬ ਵਿੱਚ ਲਿਖਿਆ, ਕਹਿੰਦੇ ਬੰਦਿਆ ਜੇ ਜੋ ਹੁੰਦਾ ਤੂੰ ਉਹਨੂੰ ਹੋਣ ਦਵੇਂ। ਬਹੁਤ ਚੀਜ਼ਾਂ ਜਿਹੜੀਆਂ ਸਾਡੇ ਕੰਟਰੋਲ 'ਚ ਨਹੀਂ ਹੈਗੀਆਂ, ਉਹਨੂੰ ਕੰਟਰੋਲ ਨਹੀਂ ਕਰ ਸਕਦੇ ਅਸੀਂ, ਉਹਨਾਂ ਨੂੰ ਤੂੰ ਹੋਣ ਦੇ ਜਿਵੇਂ ਉਹ ਹੁੰਦੀਆਂ ਨੇ। ਤੂੰ ਉਹਨਾਂ ਦੇ ਵਿੱਚ ਬਹਿ ਜਾ, ਇਸ ਤਰ੍ਹਾਂ ਇੰਨਾ ਬਹਿ ਜਾ, ਇੰਨਾ ਬਹਿ ਜਾ ਉਹਦੇ ਵਿੱਚ ਕਿ ਜੋ ਹੁੰਦਾ ਉਹਨੂੰ ਹੋਣ ਦੇ, ਬਸ ਇਹਨੇ ਤੈਨੂੰ ਮੁਕਤ ਕਰ ਦੇਣਾ। ਇਹਨੂੰ ਵੈਸੇ ਸਿੱਧੇ ਸ਼ਬਦਾਂ 'ਚ ਇਹਨੂੰ ਭਾਣਾ ਮੰਨਣਾ ਕਹਿੰਦੇ ਆ, ਇਹਨੂੰ ਰਜਾ ਕਹਿੰਦੇ ਆ। ਜੇ ਇਹਨੂੰ ਖੋਲ੍ਹ ਕੇ ਕਹਿਣਾ ਹੋਵੇ ਕਿ ਜੋ ਹੁੰਦਾ ਤੂੰ ਉਹਨੂੰ ਹੋਣ ਦੇ, ਜਿਵੇਂ ਨਦੀ ਵਹਿੰਦੀ ਆ ਉਹਨੂੰ ਵਹਿਣ ਦੇ। ਹੁਣ ਤੂੰ ਹੱਥ ਨਾ ਮਾਰ, ਜਿੱਧਰ ਲੈ ਜਾਂਦੀ ਜਾਣ ਦੇ। ਜੇ ਤੈਨੂੰ ਡੋਬਦੀ ਆ ਤੇ ਡੋਬ ਲੈਣ ਦੇ, ਤਾਰਦੀ ਆ ਤੇ ਤਾਰ ਲੈਣ ਦੇ। ਇਸ ਕਰਕੇ ਇਹਨੂੰ ਭਗਤ ਨਾਮਦੇਵ ਜੀ ਨੇ ਬਿਆਨ ਕੀਤਾ ਹੈ ਵੀ ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਭੀ ਤੁਝੇ ਧਿਆਈ। ਜਾਂ ਭਗਤਾਂ ਦੀ ਬਾਣੀ ਵਿੱਚ ਇਹ ਮਿਲਿਆ ਕਿ ਜੋ ਰਾਜ ਦੇ ਤਾਂ ਕਵਣ ਵਡਾਈ, ਭੀਖ ਮੰਗਾਵੇ ਤਾਂ ਕਿਆ ਘਟ ਜਾਈ। ਹੁਣ ਮੈਂ ਓਪੋਜ਼ਿਟ ਨਹੀਂ ਤੇਰੇ ਤੋਂ ਚੱਲ ਰਿਹਾ, ਜੋ ਹੋ ਰਿਹਾ ਮੈਂ ਕਹਿੰਦਾ ਠੀਕ। ਰਾਜਾ ਬਣਾਤਾ ਠੀਕ, ਭਿਖਾਰੀ ਬਣਾਤਾ ਠੀਕ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦਾ ਜੋ ਬਚਨ ਹੈ, ਬਾਵਲ ਦਿੱਤੜੀ ਦੂਰ ਨਾ ਆਵੇ, ਕਰ ਪਈਐ ਬਲਰਾਮ ਜੀਓ। ਰਹਿਸੀ ਵੇਖ ਹਦੂਰ ਫਿਰ ਰਾਵੀ, ਕਰ ਸੋਈਐ ਬਲਰਾਮ ਜੀਓ। ਤਾਂ ਜਦੋਂ ਮੈਂ ਗੁਰੂ ਨਾਨਕ ਸਾਹਿਬ ਜੀ ਤੋਂ ਰਾਹ ਪੁੱਛਿਆ, ਮਾਰਗ ਪੁੱਛਿਆ ਸੱਚ ਦਾ, ਉਸ ਵਕਤ ਜਿਹੜਾ ਘਰ ਆ, ਕਤ ਜਾਈਏ ਰੇ ਕਰ ਲਾਗੂ ਰੰਗ, ਘਰ ਆ ਹਿਰਦਾ, ਉਹਦੇ ਵਿੱਚ ਮੈਨੂੰ ਟਿਕਾਣਾ ਮਿਲਿਆ। ਸਤ ਸੰਤੋਖ ਸਦਾ ਸੱਚ ਪੱਲੇ, ਸੱਚ ਬੋਲੇ ਫਿਰ ਭਾਏ। ਨਾਨਕ ਵਿਛੜ ਨਾ ਦੁਖ ਪਾਏ, ਗੁਰਮਤਿ ਅੰਕ ਸਮਾਏ। ਗੁਰੂ ਸਾਹਿਬ ਦੀ ਸਿੱਖਿਆ ਨਾਲ ਵਸਣਾ ਹੁੰਦਾ ਹੈ, ਪਰ ਉਦੋਂ ਪਹਿਲਾਂ, ਵਸਣ ਤੋਂ ਪਹਿਲਾਂ ਉਜੜਨਾ ਪੈਂਦਾ ਹੈ। ਉਜੜਨ ਤੋਂ ਭਾਵ ਆਪ ਗਵਾਉਣਾ ਪੈਂਦਾ। ਆਪਾਂ ਕਹਿੰਦੇ ਕਿ ਤੂੰ ਆਹ ਗਵਾਇਆ, ਤੂੰ ਆਹ ਗਵਾਤਾ। ਅਸਲ ਵਿੱਚ ਚੀਜ਼ਾਂ ਨੂੰ ਗਵਾਉਣਾ ਸਿੱਖੋ, ਬਾਣੀ ਇਹ ਕਹਿ ਰਹੀ ਆ। ਜੇ ਉਹ ਜਾਂਦੀਆਂ ਨੇ ਉਹਨਾਂ ਨੂੰ ਜਾਣ ਦਿਓ, ਫੜ ਕੇ ਨਾ ਰੱਖੋ। ਚੀਜ਼ਾਂ ਨੂੰ ਗਵਾਉਣਾ ਸਿੱਖੋ ਪਹਿਲੀ ਗੱਲ। ਫਿਰ ਹੌਲੀ ਹੌਲੀ ਪਹਿਲਾਂ ਚੀਜ਼ਾਂ ਨੂੰ ਗਵਾਉਣਾ ਸਿੱਖੋ, ਫਿਰ ਆਪ ਗਵਾਈਏ ਤਾਂ ਸਹੁ ਪਾਈਏ ਔਰ ਕੈਸੀ ਚਤਰਾਈ। ਪਹਿਲਾਂ ਹੌਲੀ ਹੌਲੀ ਚੀਜ਼ਾਂ ਗਵਾਉਣੀਆਂ ਸਿੱਖੋ, ਫਿਰ ਆਪਾ ਗਵਾਉਣਾ ਸਿੱਖੋ, ਫਿਰ ਆਪ ਗਵਾਈਏ ਤਾਂ ਸਹੁ ਪਾਈਏ ਔਰ ਕੈਸੀ ਚਤਰਾਈ। ਚਲਾਕੀ ਨਾਲ ਨਹੀਂ ਹੋ ਸਕਦਾ ਇਹ ਚੀਜ਼, ਚਲਾਕੀ ਨਾਲ ਨਹੀਂ ਹੋ ਸਕਦੀ, ਆਪਾ ਗਵਾ ਕੇ ਹੁੰਦੀ। ਤਾਂ ਇੱਥੇ ਜੋ ਹੁੰਦਾ ਉਹਨੂੰ ਹੋਣ ਦਿਓ, ਉਹਨੂੰ ਸਵੀਕਾਰ ਕਰੋ ਵੀ ਇਹ ਠੀਕ ਆ। ਜੋ ਜਪਜੀ ਸਾਹਿਬ ਵਿੱਚ ਵਾਰ-ਵਾਰ ਕਹਿ ਰਹੇ ਆ ਗੁਰੂ ਨਾਨਕ ਜੀ, ਜੋ ਤੁਧ ਭਾਵੈ ਸਾਈ ਭਲੀ ਕਾਰ। ਤਾਂ ਇਹਦੇ ਬਹੁਤ ਉੱਚੇ ਅਰਥ ਆ। ਪਹਿਲਾਂ ਕਿਹਾ ਵੀ ਕਈ ਗੱਲਾਂ ਇੰਨੀਆਂ ਉੱਚੀਆਂ ਨੇ ਸਾਡੇ ਉੱਪਰ ਦੀ ਲੰਘ ਜਾਂਦੀਆਂ, ਅਸੀਂ ਇੰਨੇ ਛੋਟੇ ਹਾਂ ਅਧਿਆਤਮ ਤੌਰ 'ਤੇ। ਕਈ ਗੱਲਾਂ ਇੰਨੀਆਂ ਡੂੰਘੀਆਂ ਨੇ, ਅਸੀਂ ਉਹਨਾਂ ਦੇ ਉੱਪਰ ਦੀ ਲੰਘ ਜਾਂਦੇ। ਇਹਨੂੰ ਦੁਬਦਾ ਕਹਿੰਦੇ, ਨਾ ਉਹ ਜੋਗੇ ਨਾ ਉਹ ਜੋਗੇ, ਵਿਚਕਾਰ ਰਹਿ ਰਹੇ ਹਾਂ ਅਸੀਂ। ਕਈ ਗੱਲਾਂ ਬਾਹਲੀਆਂ ਉੱਚੀਆਂ, ਉਹ ਤਾਂ ਉੱਪਰ ਦੀ ਲੰਘ ਗਈਆਂ। ਕਈ ਇੰਨੀਆਂ ਡੂੰਘੀਆਂ, ਅਸੀਂ ਉਹਨਾਂ ਨੂੰ ਲਤਾੜ ਕੇ ਲੰਘ ਗਏ।
ਧਿਆਨ ਨਹੀਂ ਦਿੱਤਾ ਉਹਨਾਂ ਵੱਲ। ਇਸ ਕਰਕੇ ਨਾਨਕ ਵਿਛੜ ਨਾ ਦੁੱਖ ਪਾਏ, ਗੁਰਮਤਿ ਅੰਕ ਸਮਾਏ। ਜਿਹੜੇ ਬੰਦੇ ਕੋਲ ਗੁਰਮਤਿ ਆ, ਗੁਰੂ ਦੀ ਮੱਤ ਆ, ਉਹ ਕਿਉਂ ਵਿਛੜੇਗਾ ਗੁਰੂ ਤੋਂ? ਉਹਦੇ ਖਿਆਲਾਂ ਵਿੱਚ ਹੋਰ ਕੋਈ ਚੀਜ਼ ਕਿਉਂ ਹੋਵੇਗੀ? ਕਦੇ ਵੀ ਨਹੀਂ ਹੋ ਸਕਦੀ। ਤਾਂ ਰੋਜ਼ਾਨਾ ਜਿਹੜੀ ਸਾਖੀ ਸਰਵਣ ਕਰਦੇ ਹੋ, ਆਪ ਜੀ ਸਰਵਣ ਕਰੋ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਮਲਕ ਭਾਗੋ ਨੂੰ ਚਾਨਣ ਕਰਵਾਇਆ ਉਸ ਵਕਤ ਕਿ ਤੇਰੀ ਰੋਟੀ ਖੂਨ ਨਾ ਬਣੀ ਹੋਈ ਹੈ ਗਰੀਬਾਂ ਦੇ, ਲਾਲੋ ਜੀ ਦੀ ਰੋਟੀ ਹੱਕ ਦੀ ਕਮਾਈ ਹੈ, ਉਸ ਵਕਤ ਉਹਦਾ ਹੰਕਾਰ ਸਿਖਰਾਂ ਨੂੰ ਛੂਹ ਗਿਆ। ਉਹ ਨਵਾਬ ਕੋਲ ਚਲਾ ਗਿਆ, ਉੱਥੋਂ ਦਾ ਜਿਹੜਾ ਰਾਜਾ ਸੀ ਏਮਨਾਬਾਦ ਦਾ, ਉਹਨੂੰ ਜਾ ਕੇ ਕਹਿਣ ਲੱਗਾ ਕਿ ਇੱਕ ਫਕੀਰ ਇੱਥੇ ਰਹਿੰਦਾ, ਸਾਡੇ ਨਾਨਕ ਤਪਾ ਉਹਦਾ ਨਾਮ ਆ, ਅਤੇ ਸੁਣਿਆ ਤੁਹਾਡਾ ਪੁੱਤਰ ਬਿਮਾਰ ਰਹਿੰਦਾ, ਉਹਨੂੰ ਬੁਲਾਓ, ਜੇ ਉਹ ਅਰਦਾਸ ਕਰੇ ਨਾ ਤਾਂ ਠੀਕ ਹੋ ਜੂ ਸਭ ਕੁਝ। ਇਸ ਤਰ੍ਹਾਂ ਇੱਕ ਬਦਲਾ ਲੈਣ ਦੀ ਭਾਵਨਾ ਸੀ ਕਿ ਇਹ ਬਹੁਤ ਸਮੇਂ ਦਾ ਬਿਮਾਰ ਆ, ਠੀਕ ਨਾ ਹੋਇਆ ਅਤੇ ਇਹਨੂੰ ਸਜ਼ਾ ਮਿਲੂਗੀ ਨਾਨਕ ਨੂੰ। ਗੁੱਸੇ ਵਿੱਚ ਸੀ ਉਹ, ਅਸਲ ਮਨੋਰਥ ਉਹਦਾ ਇਹ ਸੀ। ਹੁਣ ਜਿਹੜਾ ਨਵਾਬ ਸੀ ਉਹਨੇ ਫਕੀਰਾਂ ਦੀ ਬੰਦ, ਬਹੁਤ ਫਕੀਰ ਕੈਦ ਕਰ ਲਏ ਕਿ ਮੇਰਾ ਪੁੱਤਰ ਠੀਕ ਕਰੋ, ਨਹੀਂ ਮੈਂ ਸਾਰਿਆਂ ਨੂੰ ਜੇਲ੍ਹ 'ਚ ਹੀ ਰੱਖੂੰਗਾ। ਬੜੇ ਫਕੀਰ ਉਹਨੇ ਕੈਦ ਕੀਤੇ ਹੋਏ ਆ। ਗੁਰੂ ਨਾਨਕ ਸਾਹਿਬ ਜੀ ਜੰਗਲ ਵਿੱਚ ਬੈਠੇ ਆ ਅਤੇ ਲਾਲੋ ਜੀ ਦੇ ਘਰ ਤੋਂ ਹਟ ਕੇ ਉਹ ਜੰਗਲ ਸੀ, ਉੱਥੇ ਆਏ ਉਹ ਅਹਿਲਕਾਰ ਲੈ ਗਏ ਮਹਾਰਾਜ ਨੂੰ ਕਿ ਨਵਾਬ ਸੱਦਦਾ। ਗੁਰੂ ਜੀ ਚਲੇ ਜਾਂਦੇ ਆ। ਗੁਰੂ ਨਾਨਕ ਸਾਹਿਬ ਜੀ ਨੂੰ ਫਿਰ ਉਹ ਨਵਾਬ ਕਹਿੰਦਾ ਮੇਰਾ ਪੁੱਤਰ ਬਿਮਾਰ ਆ, ਮੇਰਾ ਸਾਹਿਬਜ਼ਾਦਾ, ਉਹਨੂੰ ਠੀਕ ਕਰੋ। ਸੁਣਿਆ ਤੁਸੀਂ ਫਕੀਰ ਹੋ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਤੇਰੇ ਪੁੱਤਰ ਦਾ ਇਲਾਜ ਫਕੀਰਾਂ ਦੇ ਝੂਠੇ ਟੁੱਕ ਵਿੱਚ ਲੁਕਿਆ ਹੋਇਆ। ਇੱਥੇ ਹੰਕਾਰ ਭੰਨਿਆ ਮਹਾਰਾਜ ਨੇ ਉਹਨਾਂ ਦਾ, ਦੋਨਾਂ ਦਾ। ਤੇਰੇ ਪੁੱਤਰ ਦਾ ਇਲਾਜ ਜਿਹੜਾ ਹੈ, ਬਿਮਾਰੀ ਜਿਹੜੀ ਉਹਨੂੰ ਲੱਗੀ ਆ, ਜੋ ਠੀਕ ਨਹੀਂ ਹੋ ਰਿਹਾ, ਉਹਦਾ ਇਲਾਜ ਫਕੀਰਾਂ ਦੇ ਝੂਠੇ ਟੁੱਕ 'ਚ ਪਿਆ। ਇਹ ਗੱਲ ਬਹੁਤ ਡੂੰਘੀ ਬਣ ਜਾਂਦੀ ਕਿ ਤੁਸੀਂ ਭਾਈ ਲਾਲੋ ਜੀ ਨੂੰ ਕਹਿੰਦੇ ਹੋ ਕਿ ਮੈਂ ਘਟੀਆ ਕਿਸਮ ਦਾ ਖਾਣਾ ਖਾਣਾ ਉਹਨਾਂ ਦੇ ਘਰੇ, ਉਹਦਾ ਇਲਾਜ ਉੱਥੇ ਹੀ ਲੁਕਿਆ ਹੋਇਆ। ਫਿਰ ਮਹਾਰਾਜ ਨੇ ਉੱਥੇ ਹੀ ਲਿਆਂਦੀ ਅਤੇ ਭਾਈ ਲਾਲੋ ਜੀ ਨੂੰ ਆਖਿਆ ਜੇ ਕੋਈ ਘਰ 'ਚ ਬਣਿਆ ਪ੍ਰਸ਼ਾਦਾ ਅਤੇ ਕੋਧਰੇ ਦਾ ਪਿਆ ਤਾਂ ਲੈ ਕੇ ਆਓ। ਉਹ ਲੈ ਆਏ, ਅੱਧੀ ਬੁਰਕੀ ਸੀ ਉਹਦੀ ਜਦੋਂ ਬਚੀ ਹੋਈ, ਲੈ ਕੇ ਆਏ ਅਤੇ ਨਵਾਬ ਦੇ ਬੇਟੇ ਨੂੰ ਖਾਣ ਲਈ ਦਿੱਤੀ ਅਤੇ ਉਹ ਰਾਜੀ ਹੋ ਗਿਆ। ਇੱਥੇ ਫਿਰ ਮਲਕ ਭਾਗੋ ਦਾ ਹੰਕਾਰ ਇੱਥੇ ਆ ਕੇ ਟੁੱਟਿਆ। ਪਹਿਲਾਂ ਉਦੋਂ ਨਹੀਂ ਟੁੱਟਿਆ ਜਦੋਂ ਉਦੋਂ ਉਹਨੂੰ ਕ੍ਰੋਧ ਆਇਆ, ਜਦੋਂ ਉਹਦੀ ਰੋਟੀ ਵਿੱਚੋਂ ਖੂਨ ਦੀਆਂ ਧਾਰਾਂ ਵਹੀਆਂ, ਉੱਥੇ ਉਹ ਬਦਲਿਆ ਨਹੀਂ। ਇੱਥੇ ਆ ਕੇ ਦੂਜੀ ਵਾਰ ਜਦੋਂ ਫਿਰ ਲਾਲੋ ਜੀ ਦੀ ਰੋਟੀ ਨਾਲੋਂ ਸਾਹਿਬਜ਼ਾਦਾ ਠੀਕ ਹੁੰਦਾ ਵਾ, ਨਵਾਬ ਦਾ ਬੇਟਾ, ਇੱਥੇ ਆ ਕੇ ਹੰਕਾਰ ਟੁੱਟਦਾ। ਫਿਰ ਮਹਾਰਾਜ ਨੂੰ ਕਹਿੰਦੇ ਕੀ ਕਰੀਏ? ਕਹਿੰਦੇ ਜਿੰਨੇ ਫਕੀਰ ਕੈਦ ਕੀਤੇ ਆ ਨਾ, ਇਹ ਨਾਮ 'ਤੇ ਵੀ ਸਾਡੇ ਬੇਟੇ ਨੂੰ ਠੀਕ ਕਰੋ, ਬੇਟੇ ਨੂੰ ਠੀਕ ਕਰੋ, ਉਹਨਾਂ ਨੂੰ ਛੱਡ ਦਿਓ ਸਾਰਿਆਂ ਨੂੰ, ਉਹਨਾਂ ਨੂੰ ਸਲੀਕੇ ਨਾਲ, ਅਦਬ ਨਾਲ ਛੱਡੋ ਅਤੇ ਫਕੀਰਾਂ ਦਾ ਸਤਿਕਾਰ ਕਰੋ। ਇਵੇਂ ਏਮਨਾਬਾਦ ਵਿੱਚ ਲਾਲੋ ਜੀ ਜਿਹੜੇ ਭਾਈ ਸਾਹਿਬ ਸਨ, ਉਹਨਾਂ ਨੂੰ ਅਸੀਸ ਦੇ ਕੇ ਗੁਰੂ ਨਾਨਕ ਸਾਹਿਬ ਜੀ ਨੇ ਅਤੇ ਫਕੀਰਾਂ ਦੀ ਬੰਦ ਵੀ ਛਡਾਈ ਆ। ਰਾਜੇ ਨੇ ਕੈਦ ਕਰਕੇ ਰੱਖੇ ਸੀ ਕਿ ਮੇਰਾ ਪੁੱਤਰ ਠੀਕ ਕਰੋ, ਨਹੀਂ ਤਾਂ ਇੱਦਾਂ ਹੀ ਕੈਦ ਵਿੱਚ ਰਹੋਗੇ। ਗੁਰੂ ਨਾਨਕ ਸਾਹਿਬ ਨੇ ਫਕੀਰਾਂ ਨੂੰ ਵੀ ਛਡਵਾਇਆ, ਰਾਜੇ ਦਾ ਵੀ ਹੰਕਾਰ ਤੋੜਿਆ, ਲਾਲੋ ਜੀ ਨੂੰ ਮਾਣ ਬਖਸ਼ਿਆ। ਮਲਕ ਭਾਗੋ ਦਾ ਜਿਹੜਾ ਹੰਕਾਰ ਸਿਖਰਾਂ ਦੇ ਸੀ ਉਸ ਵਕਤ, ਉਹਨੂੰ ਵੀ ਭੰਨਤਾ ਮਹਾਰਾਜ ਨੇ ਸ਼ਬਦਾਂ ਦੇ ਨਾਲ, ਅਤੇ ਦੱਸਿਆ ਕਿ ਨਾਨਕ ਉੱਤਮ ਨੀਚ ਨਾ ਕੋਈ। ਜਿਹਨੂੰ ਤੁਸੀਂ ਨੀਚ ਕਹਿੰਦੇ ਸੀ, ਜਿਸ ਨੀਚ ਕੋ ਕੋਈ ਨਾ ਜਾਣੇ, ਨਾਮ ਜਪ ਤੋਂ ਚੌਕੁੰਟ ਮਾਨੇ, ਉਹਦੀ ਰੋਟੀ ਨਾਲ ਠੀਕ ਹੋਇਆ। ਨਵਾਬ ਦਾ ਪੁੱਤਰ ਉਹਦੀ ਰੋਟੀ ਖਾ ਕੇ ਠੀਕ ਹੋਇਆ। ਮਹਾਰਾਜ ਇੱਦਾਂ ਦੀਆਂ ਚੀਜ਼ਾਂ ਬਿਲਕੁਲ ਨਹੀਂ ਕਰਨੀਆਂ ਚਾਹੁੰਦੇ, ਪਰ ਜਦੋਂ ਕੋਈ ਸ਼ਬਦ ਨਾਲ ਨਹੀਂ ਮੰਨਦਾ, ਸਮਝਦਾ ਨਹੀਂ ਸ਼ਬਦ ਸੁਣ ਕੇ, ਉਦੋਂ ਭਾਈ ਵੀਰ ਸਿੰਘ ਜੀ ਕਹਿੰਦੇ ਉਹਨਾਂ ਨੂੰ ਇਹ ਪ੍ਰਤੱਖ ਚਾਨਣ ਕਰਵਾਉਣਾ ਪੈਂਦਾ। ਫਿਰ ਮਲਕ ਭਾਗੋ ਜੀ ਨੇ ਉਹ ਫਿਰ ਆਪਣਾ ਸਾਰਾ ਕੁਝ ਛੱਡਤਾ, ਜੋ ਕਰਦਾ ਸੀ ਨਾ ਪਹਿਲਾਂ, ਉਹ ਸਾਰਾ ਕੁਝ ਛੱਡ ਕੇ ਹੱਕ ਸੱਚ ਦੀ ਕਮਾਈ ਉਹਨੇ ਕਰਨੀ ਸ਼ੁਰੂ ਕੀਤੀ। ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ 'ਤੇ ਚੱਲਿਆ ਅਤੇ ਅੱਜ ਉਹਦਾ ਨਾਮ ਦਰਜ ਆ ਤਾਂ ਹੀ ਮਲਕ ਭਾਗੋ ਦਾ। ਇਸ ਕਰਕੇ ਗੁਰੂ ਸਾਹਿਬ ਜੀ ਐਸੇ ਆ, ਇਹਨਾਂ ਦੇ ਬਚਨ ਜਿਹੜੇ ਆ
ਉਹ ਇੱਥੇ ਨਹੀਂ, ਹਰ ਜਗ੍ਹਾ ਸਹਾਈ ਹੁੰਦੇ ਆ। ਸਮਾਜਿਕ ਤੌਰ 'ਤੇ ਤੁਸੀਂ ਲਾ ਲਓ, ਜਿਹੜਾ ਬੰਦਾ ਸਮਾਜਿਕ ਕੰਮ ਕਰਦਾ, ਰਿਸ਼ਤਿਆਂ ਵਿੱਚ ਬੰਧਿਆ, ਉੱਥੇ ਬਾਬੇ ਦੀ ਬਾਣੀ ਕੰਮ ਆਉਂਦੀ ਹੈ। ਇਹ ਨਹੀਂ ਕਿ ਇਕੱਲੀ ਗੁਰਦੁਆਰੇ। ਜਦੋਂ ਆਪਾਂ ਕੋਈ ਨੌਕਰੀ ਕਰਦੇ ਹਾਂ, ਉੱਥੇ ਮਹਾਰਾਜ ਕਹਿੰਦੇ ਵੀ ਤੂੰ ਸਹੀ ਤਰੀਕੇ ਨਾਲ ਨੌਕਰੀ ਕਰ, ਹੱਕ ਅਤੇ ਸੱਚ ਦੀ ਕਮਾਈ ਕਰ, ਰਿਸ਼ਵਤ ਨਾ ਲੈ। ਉੱਥੇ ਵੀ ਇਹ ਬਾਣੀ ਕੰਮ ਆਉਂਦੀ ਹੈ। ਜਿਹੜੀ ਅਧਿਆਤਮ ਜ਼ਿੰਦਗੀ ਆ, ਉੱਥੇ ਤਾਂ ਆਉਂਦੀ ਹੀ ਆਉਂਦੀ ਆ। ਪਰਿਵਾਰ 'ਚ ਕਿਵੇਂ ਰਹਿਣਾ, ਉਹਨਾਂ ਗੱਲਾਂ ਨੂੰ ਕਿਵੇਂ ਸਹਿਣਾ ਜਿਹੜੀਆਂ ਰਿਸ਼ਤਿਆਂ 'ਚ ਹੋ ਜਾਂਦੀਆਂ, ਇਹ ਵੀ ਬਾਣੀ ਦੱਸਦੀ ਹੈ। ਤਾਂ ਇੱਕ ਇੱਕ ਕੰਮ 'ਤੇ ਖਾਣਾ ਕਿਵੇਂ ਆ, ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਇੱਦਾਂ ਦਾ ਨਹੀਂ ਖਾਣਾ ਜਿਹੜਾ ਖਾ ਕੇ ਤਾਂ ਨਹੀਂ ਪੀੜਿਆ ਜਾਵੇ। ਪਹਿਨਣਾ ਕੀ ਆ, ਕੱਪੜੇ ਕਿੱਦਾਂ ਦੇ ਪਾਉਣੇ ਆ, ਬਾਬਾ ਹੋਰ ਪਹਿਨਣ ਖੁਸ਼ੀ ਖਵਾਰ, ਜਿਤ ਪੈਦੇ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ। ਇਸ ਤਰ੍ਹਾਂ ਫਿਰ ਉਹ ਚੀਜ਼ਾਂ ਪਹਿਨਣੀਆਂ ਕਿਹੜੀਆਂ, ਕੱਪੜੇ ਕਿਹੋ ਜਿਹੇ ਪਾਉਣੇ ਆ, ਇਹੋ ਜਿਹੇ ਨਹੀਂ ਪਾਉਣੇ ਜਿਹੜੇ ਤਨ ਨੂੰ ਪੀੜ ਕੇ ਰੱਖ ਦੇਣ ਜਾਂ ਗਲਤ ਵਿਚਾਰ ਪੈਦਾ ਕਰਨ। ਇਹੋ ਜਿਹੇ ਕੱਪੜੇ ਨਹੀਂ ਪਾਉਣੇ। ਤਾਂ ਖਾਣਾ ਕੀ ਆ, ਪਹਿਨਣਾ ਕੀ ਆ, ਰਹਿਣਾ ਕਿਵੇਂ ਆ, ਸਹਿਣਾ ਕਿਵੇਂ ਆ, ਬੰਦਗੀ ਕਿਵੇਂ ਕਰਨੀ ਆ, ਕੱਲੀ ਕੱਲੀ ਗੱਲ ਬਾਬਾ ਨਾਨਕ ਜੀ ਨੇ ਬਾਣੀ ਵਿੱਚ ਦੱਸੀ ਹੋਈ ਆ। ਤਾਂ ਇਹੀ ਕਹਾਂਗੇ, ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ। ਭੁੱਲ ਚੁੱਕ ਦੀ ਖਿਮਾ। ਗੁਰੂ ਨਾਨਕ ਸਾਹਿਬ ਜੀ ਦੀ ਸ਼ਾਨ ਤੇ ਭਾਈ ਲਾਲੋ ਜੀ ਦੀ ਸ਼ਾਨ ਬੜੀ ਉੱਚੀ ਹੈ। ਬੋਲਦੇ ਆ ਕਿ ਨਹੀਂ, ਬਹੁਤ ਭੁੱਲਾਂ ਹੋ ਗਈਆਂ ਹਨ ਜੀ। ਗੁਰੂ ਦੀ ਸੰਗਤ ਤੇ ਸਤਿਗੁਰੂ ਜੀ ਬਖਸ਼ਿੰਦ ਪਿਤਾ ਨੇ ਬਖਸ਼ ਲੈਣ। ਆਓ ਐਸੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਕਰਨ ਵਾਸਤੇ, ਉਹਦੇ ਜੈਸਾ ਸੁਭਾਅ ਬਣਾਉਣ ਵਾਸਤੇ, ਉਹਦਾ ਨਾਮ ਹੀ ਰਾਹ ਵਾ, ਤਾਂ ਉਹ ਨਾਮ ਨੂੰ ਜਪਣਾ ਕਰੀਏ ਜੀ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸੁਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂਠਾ